हेलो स्टूडेंट्स, वेलकम टू ऑनलाइन क्लास। मैं सुखवंत सिंह। आप कर रहे हैं 10वीं क्लास की पंजाबी दे विच कविता भाग पहला। इस विच आपां कवि दी जिहड़ी अपने कवि है इन्हां दी कवितावां दी प्रसंग सहित व्याख्या करनी है, इन्हां दा सार भी करना है, केंद्री भाव भी करना है इस कविता दे विच। तां आपां पिछली वीडियो दे विच बाबा शेख फरीद जी दे पहले श्लोक के उत्ते आपां जिहड़ी चर्चा कर ली सी। हुण आपां जिहड़े उन्हां दे एक एक श्लोक नूं नोट करते चलांगे, उहदी प्रसंग सहित आपां व्याख्या करांगे बाबा शेख फरीद जी दे श्लोकां दी। तां पहला श्लोक है, फरीदा जो ते मारन मुक्कियां तिना न मारे घुम अपने कर जाए के पैर तिना दे चुम। वीडियो के समय तुसी अपनी जिहड़ी किताब है खोल के रखनी है सामने, ਤਾਂ ਜੋ ਜਿਹੜੀ ਤੁਹਾਨੂੰ ਕੋਈ ਡਾਊਟ ਹੋਵੇ ਤੁਸੀਂ ਨਾਲ ਦੀ ਨਾਲ ਲਿਖ ਲਓ। ਜਿਹੜੇ ਸ਼ਬਦ ਹੈ ਜਿਹਦੇ ਆਪਾਂ ਹੁਣ ਇੱਕ ਇੱਕ ਸ਼ਬਦ ਦਾ ਅਰਥ ਦੱਸਿਆ ਜਾਊਗਾ, ਉਹਨੂੰ ਨਾਲ ਦੀ ਨਾਲ ਲਿਖ ਲਓ ਤਾਂ ਜੋ ਵਿਆਖਿਆ ਯਾਦ ਕਰਨੀ ਸੌਖੀ ਹੋ ਜਾਵੇ। ਤਾਂ ਆਪਾਂ ਲਿਖਦੇ ਹਾਂ ਪਹਿਲਾਂ ਸ਼ਲੋਕ, ਫਰੀਦਾ ਜੋ ਤੈ ਮਾਰਨ ਮੁੱਕੀਆਂ। ਸ਼ਲੋਕ ਹੈ ਪਹਿਲਾ, ਫਰੀਦਾ ਜੋ ਤੈ ਮਾਰਨ मुक्कियां। फरीदा जो ते मारन मुक्कियां, फरीदा जो ते मारन मुक्कियां। तिना न मारे घुम, तिना तिना ने मारे घुम। फरीदा जो ते मारन मुक्कियां तिना न मारे घुम। आपनड़े कर जाए के, आपनड़े कर जाए, आपन आपनड़े कर आपनड़े कर जाए, आपनड़े कर जाए पैर तिना दे चुम। पैर तिना दे, पैर तिना दे चुम, पैर तिना दे चुम। आपनड़े कर जाए के पैर तिना दे चुम। फरीदा जो तै मारन मुक्कियां तिना न मारे घुम आपनड़े कर जाए पैर तिना दे चुम। पहला आपां करांगे प्रसंग सहित, पहला आपां प्रसंग करांगे फिर आपां करांगे व्याख्या। तां पहला आपां इहदे शब्द अर्थां की गल कर लईए बई घुम का भाव है घुम के आना या मुड़ के आना या परत के आना। आपनड़े, अपने भाव अपने, आपनड़े भाव अपने। घर का भाव की है घर, घर का भाव की है घर। घर घर विच भाव शांत स्थिति दे विच जाए न, जाए का भाव है अपड़ नहीं सकते, तिन्हां दा भाव है उन्हां नूं। तो आप सब तो पहला लिखांगे प्रसंग, सब तो पहला लिखांगे प्रसंग। तो ये काव 17, हुण काव 17 आप लिख लिया। ये काव 17 जिहड़ी साडी पंजाबी दी पाठ पुस्तक साडी ये काव 17 साडी पंजाबी दी पाठ पुस्तक का नाम की है साहित सुगंधियाँ। पाठ पुस्तक का नाम की है साहित सुगंधियाँ।
अपनी पाठ पुस्तक का नाम की है ਸਾਹਿਤ ਸੁਗੰਧੀਆਂ। ਤਾਂ ਪਹਿਲਾਂ ਆਪਾਂ ਲਿਖਾਂਗੇ ਆਪਣੀ ਪਾਠ ਪੁस्तक ਦਾ ਨਾਮ, ਇਹਨੂੰ ਆਪਾਂ ਲਿਖਾਂਗੇ ਸਿੰਗਲ ਇਨਵਾਈਟਡ ਕੋਮਾ 'ਚ। ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਸੁਗੰਧੀਆਂ ਵਿੱਚ ਦਰਜ। ਹੁਣ ਸਾਹਿਤ ਸੁਗੰਧੀਆਂ ਪਾਠ ਪੁਸਤਕ ਦਾ ਨਾਮ ਹੈ, ਵਿੱਚ ਦਰਜ ਕਿਹਨਾਂ ਦੀ ਕਵਿਤਾ ਹੈ, ਕਿਹਨਾਂ ਦੇ ਸ਼ਲੋਕ ਹੈ? ਦਰਜ ਬਾਬਾ ਸ਼ੇਖ ਫਰੀਦ ਜੀ, ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕ। ਕਿਹਨਾਂ ਦੇ ਸ਼ਲੋਕ ਹੈ? ਬਾਬਾ ਸ਼ੇਖ ਫਰੀਦ ਜੀ ਦੇ। ਬਾਬਾ ਸ਼ੇਖ ਫਰੀਦ ਜੀ ਦੀ ਜਿਹੜੀ ਰਚਨਾ ਹੈ, ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕ ਵਿੱਚੋਂ ਲਈਆਂ ਗਈਆਂ ਹਨ। ਜਿਹੜਾ ਆਪਣਾ ਪ੍ਰਸੰਗ ਹੈ ਤੁਹਾਨੂੰ ਦੱਸਿਆ ਸੀ, ਇਹ ਪ੍ਰਸੰਗ ਵਿਆਖਿਆ, ਉਹਦੇ ਸ਼ਬਦ ਅਰਥ ਜਾਂ ਭਾਵ ਅਰਥ ਇਹ ਪੂਰਾ ਸਮਝਾਉਣਾ ਬਹੁਤ ਜ਼ਰੂਰੀ ਹੈ। ਪ੍ਰਸੰਗ ਦੇ ਆਪਣੇ 2.5 ਨੰਬਰ ਇਕੱਲੇ ਦੇ ਆ, ਤਾਂ ਇਹਦਾ ਪੂਰੇ ਤਰੀਕੇ ਦਾ ਨਾਲ ਪੁਸਤਕ ਦਾ ਨਾਂ, ਕਵੀ ਦਾ ਨਾਂ, ਕਵਿਤਾ ਦਾ ਨਾਂ ਲਿਖਣਾ ਹੈ ਆਪਾਂ ਇਸ ਵਿੱਚ। ਤਾਂ ਇਹ ਕਾਵਿ ਪੰਕਤੀਆਂ, ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਸੁਗੰਧੀਆਂ, ਪਾਠ ਪੁਸਤਕ ਦਾ ਨਾਮ ਕੀ ਹੈ? ਸਾਹਿਤ ਸੁਗੰਧੀਆਂ ਵਿੱਚ ਦਰਜ ਸ਼ੇਖ ਫਰੀਦ ਜੀ ਦੇ ਸ਼ਲੋਕ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਵਿੱਚੋਂ ਲਈਆਂ ਗਈਆਂ। ਇਹਨਾਂ ਨੇ ਆਪਣੇ ਸ਼ਲੋਕ ਵਿੱਚ ਕੀ ਦੱਸਿਆ? ਹੁਣ ਆਪਣਾ ਸ਼ਲੋਕ ਕੀ ਸੀਗਾ ਵੀ ਜੋ ਕੋਈ ਤੇਰਾ ਮਾੜਾ ਕਰਦੇ ਹੈ, ਜੋ ਕੋਈ ਤੈਨੂੰ ਬੁਰਾ ਭਲਾ ਕਹਿੰਦਾ, ਤੂੰ ਉਹਦਾ ਮਾੜਾ ਨਾ ਕਰ, ਸਗੋਂ ਤੂੰ ਉਹਦਾ ਕੀ ਕਰ? ਭਲਾ ਕਰ। ਤਾਂ ਆਪਣੇ ਇਹਨਾਂ ਸ਼ਲੋਕ ਦੇ ਵਿੱਚ ਫਰੀਦ ਜੀ ਸੰਸਾਰ ਦੀ ਨਾਸ਼ਮਾਨਤਾ ਦਾ ਭਾਵ ਹੈ ਇਸ ਸੰਸਾਰ ਵਿੱਚ ਜੋ ਆਇਆ ਹੈ ਉਸਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਚਲਿਆ ਜਾਣਾ ਹੈ। ਨਾਸ਼ਮਾਨਤਾ ਮੌਤ ਦੀ ਜਿਹੜੀ ਅਟਲ ਭਾਵ ਮੌਤ ਕਦੇ ਨਹੀਂ ਟਲ ਸਕਦੀ। ਜੋ ਮੌਤ ਦਾ ਦਿਨ ਮਿਥਿਆ ਹੋਇਆ ਹੈ ਉਹ ਆ ਕੇ ਹੀ ਰਹੇਗਾ। ਪ੍ਰਭੂ ਮਿਲਾਪ ਦੀ ਤੜਫ ਨੇਕ ਅਮਲਾਂ ਤੇ ਕਰਮ, ਵੀ ਚੰਗੇ ਕੰਮ ਕਰਨੇ, ਚੰਗੀ ਸੋਚ, ਚੰਗੀ ਵਿਚਾਰ ਹੋਣੀ ਤੇ ਨੇਕ ਕਰਮ ਅਮਲ ਤੇ ਉਹਨਾਂ ਨੇ ਜ਼ੋਰ ਦਿੱਤਾ ਹੈ। ਉਸਨੇ ਨੇਕ ਕਰਮ ਅਮਲਾਂ ਵਾਲੇ ਸੁਭਾਅ ਗੁਣਾਂ ਦੀ ਮਹਾਨਤਾ ਨੂੰ ਸਮਝਾਇਆ ਹੈ, ਜਾਂ ਉਸ ਦੇ ਬਾਰੇ ਉਹ ਗੱਲ ਕਰਦੇ ਹੈ, ਸਿੱਖਿਆ ਦਿੰਦੇ ਹੈ। ਉਹਨਾਂ ਨੇ ਆਪਣਾ ਵਿਸ਼ਾ ਬਣਾਇਆ ਹੈ। ਤਾਂ ਉਹਨਾਂ ਨੇ ਆਪਣੇ ਇਹਨਾਂ ਸ਼ਲੋਕਾਂ ਦੇ ਵਿੱਚ ਜਿਹੜੀ ਸੰਸਾਰ ਦੀ ਨਾਸ਼ਮਾਨਤਾ, ਕਿਸ ਦੀ? ਸੰਸਾਰ ਦੀ ਨਾਸ਼ਮਾਨਤਾ ਬਾਰੇ, ਮੌਤ ਦੀ ਅਟਲਤਾ ਬਾਰੇ ਤੇ ਪ੍ਰਭੂ ਮਿਲਾਪ ਦੀ ਤੜਪ ਦੇ ਬਾਰੇ ਜਿਹੜੀ ਇਸ ਵਿੱਚ ਗੱਲ ਕੀਤੀ ਗਈ ਹੈ। ਜਾਂ ਫਿਰ ਇੱਕ ਉਹਨਾਂ ਨੇ ਕਿਹਾ ਹੈ ਕਿ ਨੇਕ ਅਮਲਾਂ ਅਤੇ ਸ਼ੁਭ ਗੁਣਾਂ ਦਾ ਮਹਾਨਤਾ ਦੇ ਵਿਸ਼ਿਆਂ ਨੂੰ ਜਿਹੜਾ ਮੁੱਖ ਆਧਾਰ ਬਣਾ ਕੇ ਪੇਸ਼ ਕੀਤਾ ਹੈ ਬਾਬਾ ਸ਼ੇਖ ਫਰੀਦ ਜੀ ਨੇ। ਇਹ ਤਾਂ ਹੋ ਗਈ ਇੱਥੋਂ ਤੱਕ ਚਰਚਾ। ਹੁਣ ਆਪਾਂ ਲਿਖ ਲੈਂਦੇ ਹਾਂ ਵੀ ਇਹਨਾਂ ਨੇ ਇਸ ਵਿਸ਼ੇ ਦੇ ਵਿੱਚ ਇਹਨਾਂ ਨੇ ਆਪਣੇ ਸ਼ਲੋਕ ਵਿੱਚ ਪਹਿਲੀ ਗੱਲ ਕੀ ਸੀ? ਸੰਸਾਰ ਦੀ ਨਾਸ਼ਮਾਨਤਾ। ਪਹਿਲੀ ਸੰਸਾਰ ਦੀ ਨਾਸ਼ਮਾਨਤਾ। ਦੂਜੀ ਗੱਲ ਸੀ ਮੌਤ ਦੀ ਅਟਲਤਾ। ਜਿਹੜੀ ਮੌਤ ਹੈ, ਮੌਤ ਦੀ ਅਟਲਤਾ। ਮੌਤ ਕੀ ਹੈ? ਅਟਲ ਹੈ, ਜੋ ਕਦੇ ਵੀ ਟਲ ਨਹੀਂ ਸਕਦੀ। ਮੌਤ ਦੀ ਅਟਲਤਾ। ਪ੍ਰਭੂ ਦੇ ਮਿਲਾਪ ਦੀ ਇੱਛਾ। ਸੰਸਾਰ ਦੀ ਨਾਸ਼ਮਾਨਤਾ, ਪ੍ਰਭੂ ਦੇ ਮਿਲਾਪ ਦੀ ਇੱਛਾ ਕਹਿ ਲਓ, ਜਾਂ ਪ੍ਰਭੂ ਦੇ ਮਿਲਾਪ ਦੀ ਤੜਫ ਕਹਿ ਲਓ। ਫਿਰ ਗੁਰੂ ਦੀ ਲੋੜ,
प्रभु दे मिलाप दी इच्छा तड़फ ते गुरु दी लोड़। गुरु दी लोड़ भाव गुरु तो बिना ज्ञान प्राप्त नहीं हो सकता। गुरु दी लोड़। उस तो बाद है नेक अमला। नेक अमल ते शुभ गुणा दी महानता। नेक अमल ते शुभ गुण। नेक अमला ते शुभ गुणा दी महानता। शुभ गुणा दी महानता। शुभ गुणा दी महानता आदि विषयां नूं पेश किया है। शुभ गुणा दी महानता विषयां नूं पेश किया है। हुण आपां इत्थों लैके इत्थों तक जिन्ने भी बाबा शेख फरीद दे श्लोक है उन्हां दे विच उन्हां दा की उद्देश्य है, उन्हां श्लोकां दे राहीं बाबा जी दी बाणी दे राहीं आपां नूं की सिक्ख्या मिलती है, वो मनुख नूं की सिक्ख्या देना चाहुंदे है, ये आपां इत्थों तक गल लिखी है। हुण इस तो बाद जिहड़े अपना श्लोक है इस दे बारे लिखांगे। पहला आपां जिहड़े पहला तां इत्थों लैके ते इत्थों तक आपां लिखिया अपनी किताब दा नां, कवि दा नां, कविता दा नां। फिर आपां इस तो बाद शुरू किया ते इत्थों तक आपां लिखिया है बाबा शेख फरीद जी अपनी बाणी विच मनुख नूं जीव इस्त्री नूं की समझाउंदे है, उन्हां दी बाणी दा की उद्देश्य है, की उन्हां दा मंतव है, की आपां नूं समझाउंदे है, की विचार पेश करते हैं। फिर हुण आपां इत्थों तक हुण जिन्ने आपां मान लो श्लोक लिखांगे उन्हां सारियां श्लोकां दे विच जिहड़ा अपना पहला पाठ है बाबा शेख फरीद जी दे श्लोकां दे विच आपां नूं हर एक श्लोक दे विच प्रसंग लिखना पऊगा, क्योंकि उहदा हर एक श्लोक दा जिहड़ा प्रसंग दा अर्थ अड्ड अड्ड है। इत्थों तक तां आपां सारियां च इक्को ही लिख सकदे हां। जिहड़ी तब्दीली आऊगी इस तो बाद आऊगी प्रसंग दे विच। हजे तक आपां सिर्फ प्रसंग ही लिख रहे हां, हजे तक आपां प्रसंग ते ही चर्चा कर रहे हां। ਤਾਂ ਪਹਿਲਾਂ ਆਪਾਂ ਆਪਣੀ ਪੁਸਤਕ ਦੇ ਬਾਰੇ ਦੱਸਿਆ, ਕਵੀ ਦੇ ਬਾਰੇ ਦੱਸਿਆ, ਉਹਨਾਂ ਦਾ ਜਿਹੜਾ ਸਾਹਿਤ ਰੂਪ ਹੈ, ਕਵਿਤਾ ਹੈ, ਸ਼ਲੋਕ ਹੈ, ਜੋ ਉਹਨਾਂ ਨੇ ਵਿਸ਼ਾ ਲਿਖਿਆ ਹੈ ਉਸ ਦੇ ਬਾਰੇ ਦੱਸਿਆ। ਫਿਰ ਉਹਨਾਂ ਦੇ ਇਸ ਦਾ ਮੰਤਵ ਕੀ ਹੈ, ਉਦੇਸ਼ ਕੀ ਹੈ, ਉਸ ਬਾਰੇ ਦੱਸਿਆ। ਹੁਣ ਆਪਾਂ ਇਹਦੇ ਵਿੱਚ ਗੱਲ ਕਰਾਂਗੇ ਕਿ ਜਿਹੜਾ ਹੁਣ ਆਪਣਾ ਸ਼ਲੋਕ ਹੈ ਇਸ ਸ਼ਲੋਕ ਵਿੱਚ ਕੀ ਕਹਿੰਦੇ ਹੈ। ਤਾਂ ਜਿਹੜਾ ਆਪਣਾ ਸ਼ਲੋਕ ਹੈ ਫਰੀਦਾ ਜੇ ਤੇ ਮਾਰਨ ਮੁੱਕੀਆਂ ਤੇ ਨਾ ਮਾਰੇ ਕੋ। ਹੁਣ ਇਹਨਾਂ ਦਾ ਭਾਵ ਅਰਥ ਕੀ ਦੱਸਿਆ ਕਿ ਪ੍ਰਭੂ ਦੇ ਮਿਲਾਪ ਦੀ, ਹੁਣ ਮੰਨ ਲਓ ਇਹਦੇ ਵਿੱਚ ਪ੍ਰਭੂ ਦੇ ਮਿਲਾਪ ਦੀ ਇੱਛਾ ਤੜਪ ਪਿਆਰ ਦੀ ਗੱਲ ਕੀਤੀ ਹੈ। ਫਿਰ ਉਹ ਕਹਿੰਦੇ ਇਸ ਸ਼ਲੋਕ ਵਿੱਚ ਬਾਬਾ ਫਰੀਦ ਜੀ ਮਨੁੱਖ ਨੂੰ ਸਮਝਾਉਂਦੇ ਹੈ ਕਿ ਜੋ ਤੇਰੇ ਨਾਲ ਬੁਰਾ ਸਲੂਕ ਕਰਦਾ ਹੈ ਤੈਨੂੰ ਉਸ ਨਾਲ ਚੰਗਾ ਸਲੂਕ ਕਰਨਾ ਚਾਹੀਦਾ ਹੈ। ਤਾਂ ਇਸ ਸ਼ਲੋਕ ਵਿੱਚ ਬਾਬਾ ਫਰੀਦ ਜੀ ਮਨੁੱਖ ਨੂੰ ਬੁਰਾ ਸਲੂਕ ਕਰਨ ਵਾਲਿਆਂ ਨਾਲ ਚੰਗਾ ਸਲੂਕ ਕਰਨ ਦੀ ਸਿੱਖਿਆ ਦਿੰਦੇ ਹੈ। ਹੁਣ ਆਪਾਂ ਲਿਖਾਂਗੇ ਇਸ ਸ਼ਲੋਕ ਵਿੱਚ ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ, ਹੁਣ ਮਨੁੱਖ ਨੂੰ ਕੀ ਆਖਦੇ ਹੈ ਕਿ ਜੋ ਉਸ ਨਾਲ ਕੀ ਕਰਦਾ ਹੈ, ਬਾਬਾ ਫਰੀਦ ਜੀ ਆਖਦੇ ਮਨੁੱਖ ਨੂੰ ਬੁਰਾ ਸਲੂਕ ਕਰਨ ਵਾਲਿਆਂ ਨਾਲ, ਮਨੁੱਖ ਨੂੰ ਬੁਰਾ ਸਲੂਕ ਕਰਨ ਵਾਲਿਆਂ ਨਾਲ ਚੰਗਾ ਸਲੂਕ ਕਰਨ ਦੀ ਗੱਲ ਕਰਦੇ ਹਨ। ਕਿਸ ਵਿੱਚ? ਇਸ ਸ਼ਲੋਕ ਦੇ ਵਿੱਚ। ਕਿਸ ਵਿੱਚ? ਇਸ ਸ਼ਲੋਕ ਦੇ ਵਿੱਚ ਜਿਹੜਾ ਆਪਾਂ ਇੱਥੋਂ ਲਿਖਣਾ ਸ਼ੁਰੂ ਕੀਤਾ। ਹੁਣ ਆਪਾਂ ਪਹਿਲਾ ਸ਼ਲੋਕ ਲਿਖਿਆ ਤਾਂ ਆਪਾਂ ਇੱਥੋਂ ਤੱਕ ਇਹਦਾ ਜਿਹੜਾ ਭਾਵ ਅਰਥ ਹੈ, ਮੇਨ ਗੱਲ ਕੀ ਹੈ ਉਹ ਸਮਝਾ ਰਹੇ ਹਾਂ। ਜੋ ਆਪਾਂ ਨੂੰ ਮੇਨ ਗੱਲ ਦੱਸ ਰਹੇ ਉਹ ਆਪਾਂ ਇਸ ਵਿੱਚ ਨੋਟ ਕੀਤੀ ਹੈ। ਤਾਂ ਪ੍ਰਸੰਗ ਹੈ, ਧਿਆਨ ਨਾਲ ਸਮਝ ਆਇਆ ਹੋਊਗਾ।
ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਸੁਗੰਧੀਆਂ ਵਿੱਚ ਦਰਜ ਬਾਬਾ ਸ਼ੇਖ ਫਰੀਦ ਜੀ ਦੀ ਰਚਨਾ, ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕ ਜਿਨ੍ਹਾਂ ਦੇ ਵਿੱਚੋਂ ਲਈਆਂ ਗਈਆਂ ਹਨ। ਇਸ ਸ਼ਲੋਕ ਦੇ ਵਿੱਚ ਬਾਬਾ ਫਰੀਦ ਜੀ ਨੇ ਸੰਸਾਰ ਦੀ ਨਾਸ਼ਮਾਨਤਾ ਵੀ ਜੋ ਇਸ ਸੰਸਾਰ ਦੇ ਵਿੱਚ ਆਇਆ ਹੈ ਉਸ ਨੇ ਇੱਕ ਨਾ ਇੱਕ ਦਿਨ ਇਸ ਨੂੰ ਛੱਡ ਕੇ ਜਾਣਾ ਹੈ। ਮੌਤ ਦੀ ਅਟਲਤਾ, ਮੌਤ ਦਾ ਦਿਨ ਅਟਲ ਹੈ, ਉਸ ਨੂੰ ਕੋਈ ਟਾਲ ਨਹੀਂ ਸਕਦਾ। ਪ੍ਰਭੂ ਮਿਲਾਪ ਦੀ ਇੱਛਾ, ਪ੍ਰਭੂ ਦੇ ਮਿਲਾਪ ਦੇ ਨਾਲ ਕੀ ਹੈ, ਮਨੁੱਖ ਦੀ ਇੱਛਾ ਹੋਣੀ ਚਾਹੀਦੀ ਹੈ। ਨੇਕ ਜਿਹੜੇ ਆਪਣੇ ਉਸ ਤੋਂ ਪਹਿਲਾਂ ਹੈ ਗੁਰੂ ਦੀ ਲੋੜ, ਭਾਵ ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੁੰਦਾ। ਨੇਕ ਅਮਲਾਂ ਤੇ ਸ਼ੁਭ ਗੁਣਾਂ ਦੀ ਮਹਾਨਤਾ ਆਦਿ ਵਿਸ਼ਿਆਂ ਨੂੰ ਪੇਸ਼ ਕੀਤਾ ਹੈ। ਇਸ ਸ਼ਲੋਕ ਵਿੱਚ ਬਾਬਾ ਫਰੀਦ ਜੀ ਫਰਮਾਉਂਦੇ ਹਨ ਕਿ ਉਹਨਾਂ ਨੇ ਕਿਹਾ ਹੈ ਕਿ ਮਨੁੱਖ ਨੂੰ, ਜੋ ਮਨੁੱਖ ਨਾਲ ਬੁਰਾ, ਮਨੁੱਖ ਨੂੰ ਬੁਰਾ ਸਲੂਕ ਕਰਨ ਵਾਲਿਆਂ ਨਾਲ ਉਸ ਨੂੰ ਚੰਗਾ ਸਲੂਕ ਕਰਨਾ ਚਾਹੀਦਾ ਹੈ। ਵੀ ਜੇਕਰ ਆਪਣੇ ਨਾਲ ਕੋਈ ਬੁਰਾ ਸਲੂਕ ਕਰਦਾ ਹੈ ਤਾਂ ਆਪਾਂ ਉਸ ਨਾਲ ਕੀ ਕਰਨਾ ਚਾਹੀਦਾ ਹੈ, ਚੰਗਾ। ਹੁਣ ਆਪਾਂ ਕਰਾਂਗੇ ਵਿਆਖਿਆ। ਹੁਣ ਵਿਆਖਿਆ ਨੂੰ ਤੁਸੀਂ ਧਿਆਨ ਨਾਲ ਸੁਣਨਾ ਹੈ। ਵਿਆਖਿਆ, ਵਿਆਖਿਆ ਵਿੱਚ ਬਾਬਾ ਸ਼ੇਖ ਫਰੀਦ ਜੀ ਫਰਮਾਉਂਦੇ ਹਨ ਕਿ ਆਪਾਂ ਵਿਆਖਿਆ ਕਰਦੇ ਹਾਂ ਇਸ ਸ਼ਲੋਕ ਦੀ। ਫਰਮਾਉਂਦੇ ਹਨ ਕਿ ਜੋ ਵੀ ਮਨੁੱਖ ਨੂੰ ਕਹਿੰਦੇ ਹੈ, ਜਿਹੜੇ ਲੋਕ ਤੇਰੇ ਮੁੱਕੀਆਂ ਮਾਰਦੇ ਹਨ, ਜਿਹੜੇ ਲੋਕ ਤੇਰੇ ਮੁੱਕੀਆਂ ਮਾਰਦੇ ਹਨ, ਭਾਵ ਤੇਰੇ ਨਾਲ ਚੰਗਾ ਸਲੂਕ ਨਹੀਂ ਕਰਦੇ, ਤੈਨੂੰ ਬਦਲੇ ਵਿੱਚ ਉਹਨਾਂ ਦੇ ਨਾਲ ਮੁੱਕੀਆਂ ਨਹੀਂ ਮਾਰਨੀਆਂ ਚਾਹੀਦੀਆਂ। ਤੈਨੂੰ ਬਦਲੇ ਦੇ ਵਿੱਚ ਉਹਦੇ ਮੁੱਕੀਆਂ ਨਹੀਂ ਮਾਰਨੀਆਂ ਚਾਹੀਦੀਆਂ, ਸਗੋਂ ਦੀ ਤੈਨੂੰ ਨਾ ਕਿ ਮੁੱਕੀਆਂ ਮਾਰਨ ਦਾ ਭਾਵ ਕੀ ਹੈ, ਤੈਨੂੰ ਉਹਨਾਂ ਨਾਲ ਬੁਰਾ ਸਲੂਕ ਨਹੀਂ ਕਰਨਾ ਚਾਹੀਦਾ। ਕਿਹਦੇ ਨਾਲ? ਜੋ ਤੇਰੇ ਮੁੱਕੀਆਂ ਮਾਰਦੇ ਹੈ, ਜੋ ਤੇਰਾ ਨਾਲ ਬੁਰਾ ਸਲੂਕ ਕਰਦੇ ਹੈ, ਤੈਨੂੰ ਉਹਦੇ ਨਾਲ ਬੁਰਾ ਸਲੂਕ ਨਹੀਂ ਕਰਨਾ ਚਾਹੀਦਾ। ਕਿਉਂ ਨਹੀਂ ਕਰਨਾ ਚਾਹੀਦਾ? ਕਿਉਂਕਿ ਜਿਹੜੀ ਬਦਲੇ ਦੀ ਭਾਵਨਾ ਹੈ, ਸਗੋਂ ਦੀ ਉਹਦੇ ਨਾਲ ਆਪਾਂ ਨੂੰ ਉਹਦੇ ਪ੍ਰੇਮ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ, ਉਹਦੇ ਨਾਲ ਬੁਰਾ ਸਲੂਕ ਨਹੀਂ ਕਰਨਾ ਚਾਹੀਦਾ। ਉਹਦੇ ਪੈਰਾਂ ਨੂੰ ਚੁੰਮਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੇ ਪੈਰਾਂ ਨੂੰ ਚੁੰਮਣ ਨਾਲ ਮਨੁੱਖ ਆਪਣੇ ਸੱਚੇ ਕਰ ਜਾਂਦਾ ਹੈ। ਮਨੁੱਖ ਦਾ ਸੱਚਾ ਕਰਨ ਕੌਣ ਹੈ? ਉਸ ਪਰਮਾਤਮਾ ਵਾਹਿਗੁਰੂ ਅੱਲਾ ਦਾ ਘਰ ਮਨੁੱਖ ਦਾ ਅਸਲੀ ਤੇ ਸੱਚਾ ਘਰ ਹੈ। ਭਾਵ ਉਹ ਸ਼ਾਂਤ ਸਥਿਤੀ ਵਿੱਚ ਵਿਚਰਦਾ ਹੈ, ਉਹਦੇ ਮਨ ਦੇ ਵਿੱਚ ਸ਼ਾਂਤੀ ਆਉਂਦੀ ਹੈ, ਉਹਦਾ ਮਨ ਸ਼ਾਂਤ ਭਾਵ ਦੇ ਵਿੱਚ ਟਿਕਦਾ ਹੈ। ਭਾਵ ਮਨੁੱਖ ਨੂੰ ਜਿਹੜੀ ਨਿਰਮਾਣਤਾ ਜਾਂ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ। ਭਾਵ ਮਿਠਾਸ ਧਾਰਨ ਕਰਨੀ ਚਾਹੀਦੀ ਹੈ, ਸਬਰ ਸੰਤੋਖ ਧਾਰਨ ਕਰਨਾ ਚਾਹੀਦਾ ਹੈ। ਤਾਂ ਇਸ ਸ਼ਲੋਕ ਵਿੱਚ ਬਾਬਾ ਫਰੀਦ ਜੀ ਫਰਮਾਉਂਦੇ ਹਨ ਕਿ ਜਿਹੜੇ ਲੋਕ ਤੇਰੇ ਮੁੱਕੀਆਂ ਮਾਰਦੇ ਹਨ, ਤੈਨੂੰ ਬਦਲੇ ਵਿੱਚ ਉਹਦੇ ਮੁੱਕੀਆਂ ਨਹੀਂ ਮਾਰਨੀਆਂ ਚਾਹੀਦੀਆਂ, ਸਗੋਂ ਦੀ ਤੈਨੂੰ ਉਹਦੇ ਪੈਰ ਚੁੰਮਣੇ ਚਾਹੀਦੇ ਹਨ, ਜਿਹਦੇ ਨਾਲ ਕਿ ਜਿਹੜਾ ਮਨੁੱਖ ਇਸ ਤਰ੍ਹਾਂ ਕਰਦਾ ਹੈ ਉਹ ਆਪਣੇ ਸੱਚੇ ਘਰ ਪਹੁੰਚ ਜਾਂਦਾ ਹੈ। ਭਾਵ ਉਹਨੂੰ ਪਰਮਾਤਮਾ ਦੇ ਘਰ ਥਾਂ ਮਿਲਦੀ ਹੈ। ਉਹਦਾ ਜਿਹੜਾ ਮਨ ਹੈ, ਉਹਦਾ ਜਿਹੜੀ ਮਨ ਦੀ ਸਥਿਤੀ ਹੈ, ਉਹ ਸ਼ਾਂਤ ਸਥਿਤੀ ਵਿੱਚ ਟਿਕਦਾ ਹੈ, ਉਹਦਾ ਜਿਹੜਾ ਮਨ ਹੈ। ਭਾਵ ਮਨੁੱਖ ਨੂੰ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ। ਇਹ ਸੀ ਇਹਨਾਂ ਦਾ ਪਹਿਲਾ ਸ਼ਲੋਕ। ਹੁਣ ਆਪਾਂ ਕਰਾਂਗੇ ਦੂਜਾ ਸ਼ਲੋਕ। ਇਹ ਸੀ ਪਹਿਲਾ ਸ਼ਲੋਕ, ਹੁਣ ਕਰਾਂਗੇ ਆਪਾਂ ਦੂਜਾ। ਪਹਿਲੇ ਸ਼ਲੋਕ ਵਿੱਚ ਆਪਾਂ ਨੂੰ ਦੱਸਿਆ ਕਿ ਜੋ ਆਪਣਾ ਬੁਰਾ ਕਰਦੇ ਹੈ, ਆਪਾਂ ਨੂੰ ਬਦਲੇ ਵਿੱਚ ਉਹਨਾਂ ਨਾਲ ਬੁਰਾ ਨਹੀਂ ਸਗੋਂ ਚੰਗਾ ਸਲੂਕ ਕਰਨਾ ਚਾਹੀਦਾ ਹੈ। ਆਪਾਂ ਨੂੰ ਉਹਨਾਂ ਨਾਲ ਬੁਰਾ ਸਲੂਕ ਨਹੀਂ ਕਰਨਾ ਚਾਹੀਦਾ। ਇਹ ਸੀ ਆਪਣਾ ਪਹਿਲਾ ਜਿਹੜਾ ਸ਼ਲੋਕ। ਹੁਣ ਪਹਿਲੇ ਸ਼ਲੋਕ ਦੇ ਵਿੱਚ ਜਿਹੜਾ ਆਪਣਾ ਇੱਥੋਂ ਤੱਕ ਤਾਂ ਸੇਮ ਰਹੂਗਾ। ਹੁਣ ਆਪਾਂ ਜਦੋਂ ਦੂਜਾ ਸ਼ਲੋਕ ਲਿਖਾਂਗੇ ਤਾਂ ਆਪਾਂ ਨੂੰ ਹਰ ਇੱਕ ਸ਼ਲੋਕ ਦੇ ਨਾਲ ਪ੍ਰਸੰਗ ਲਿਖਣਾ ਪਊਗਾ, ਹਰ ਇੱਕ ਸ਼ਲੋਕ ਦਾ ਪ੍ਰਸੰਗ ਸਹਿਤ ਵਿਆਖਿਆ ਕਰਨੀ ਪਊਗੀ। ਇੱਥੋਂ ਤੱਕ ਆਪਣਾ ਸੇਮ ਰਹੂਗਾ। ਇਸ ਤੋਂ ਬਾਅਦ ਆਪਾਂ ਜਿਹੜਾ ਉਸ ਪ੍ਰਸੰਗ ਦਾ ਆਪਾਂ ਸ਼ਲੋਕ ਦੀ ਵਿਆਖਿਆ ਕਰਨ ਤੋਂ ਪਹਿਲਾਂ ਪ੍ਰਸੰਗ ਆਪਾਂ ਇੱਥੇ ਲਿਖਣਾ ਪਊਗਾ। ਤਾਂ ਇਹ ਸੀ ਪਹਿਲਾ। ਹੁਣ ਗੱਲ ਕਰਦੇ ਹਾਂ ਦੂਜਾ। ਦੇਖ ਫਰੀਦਾ ਜੋ ਥਿਆ। ਦੂਜਾ, ਦੇਖ ਫਰੀਦਾ ਜਿਉਂ ਥਿਆ। ਜੂੰ ਸਿਰਫ ਜੂੰ ਥਿਆ। ਦੇਖ ਫਰੀਦਾ
दाढ़ी होई पूर, दाढ़ी होई पूर, अगों नेड़ा आया, अगों नेड़ा आया, पिछा रहा दूर, पिछा रहा दूर। ते अपना दूजा श्लोक है। हुण अपना जिहड़ा प्रसंग है, प्रसंग दियां शुरुआतियां जिहड़ियां अपनियां पंक्तियां हन, लैना हन, वो उही रहणियां। शुरुआत दे विच आपां ही लिखांगे, ये काव्य सतरां साडी पंजाबी दी पाठ पुस्तक पंजाबी काव्यता ਸਾਹਿਤ ਸੁਗੰਧੀ ਵਿੱਚ ਦਰਜ ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਨੇ ਆਪਣੇ ਸ਼ਲੋਕ ਵਿੱਚ ਸੰਸਾਰ ਦੀ ਨਾਸ਼ਮਾਨਤਾ, ਮੌਤ ਦੀ ਅਟਲਤਾ ਤੇ ਪ੍ਰਭੂ ਮਿਲਾਪ, ਗੁਰੂ ਦੀ ਲੋੜ, ਨੇਕ ਅਮਲਾਂ ਤੇ ਸ਼ੁਭ ਗੁਣਾਂ ਦੀ ਮਹਾਨਤਾ ਆਦਿ ਵਿਸ਼ਿਆਂ ਨੂੰ ਪੇਸ਼ ਕੀਤਾ ਹੈ, ਵਿਸ਼ਿਆਂ ਨੂੰ ਪੇਸ਼ ਕੀਤਾ ਹੈ ਬਾਬਾ ਸ਼ੇਖ ਫਰੀਦ ਜੀ ਨੇ। ਹੁਣ ਆਪਾਂ ਲਿਖਾਂਗੇ ਇਸ ਵਿੱਚ ਜਿਹੜਾ ਆਪਣਾ ਇਸ ਸ਼ਲੋਕ ਦਾ ਮੇਨ ਗੱਲ ਹੈ। ਤਾਂ ਇਸ ਸ਼ਲੋਕ ਵਿੱਚ ਫਰੀਦ ਜੀ ਨੇ ਨੇੜੇ ਆ ਰਹੀ ਮੌਤ ਦੀ ਚਿੰਤਾ ਜਿਹੜੀ ਚੇਤਾਵਨੀ ਦਿੱਤੀ ਹੈ ਇਸ ਸ਼ਲੋਕ ਦੇ ਵਿੱਚ। ਵੀ ਇਸ ਸ਼ਲੋਕ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਫਰਮਾ ਰਹੇ ਹਨ ਕਿ ਜਿਹੜਾ ਮੌਤ ਹੈ, ਨੇੜੇ ਆ ਰਹੀ ਮੌਤ ਦੀ ਚੇਤਾਵਨੀ ਦਿੰਦੇ ਹੋਏ ਮਨੁੱਖ ਨੂੰ ਚੰਗੇ ਕੰਮਾਂ ਦੇ ਪਾਸੇ ਲੱਗਣ, ਚੰਗੇ ਕੰਮਾਂ ਵਾਲੇ ਪਾਸੇ ਜਾਂ ਚੰਗੇ ਕੰਮ ਕਰਨ ਵਾਲੇ ਪਾਸੇ ਲੱਗਣ ਦੀ ਸਿੱਖਿਆ ਦਿੰਦੇ ਹਨ ਇਸ ਸ਼ਲੋਕ ਦੇ ਵਿੱਚ। ਤਾਂ ਇਸ ਸ਼ਲੋਕ ਦੇ ਵਿੱਚ ਕੀ ਕਹਿੰਦੇ ਹੈ? ਇਸ ਸ਼ਲੋਕ ਵਿੱਚ ਫਰੀਦ ਜੀ ਨੇੜੇ ਆ ਰਹੀ ਮੌਤ, ਜਿਹੜੀ ਨੇੜੇ ਆ ਰਹੀ ਮੌਤ ਦੀ ਚੇਤਾਵਨੀ, ਮੌਤ ਦੀ ਚੇਤਾਵਨੀ ਦਿੰਦੇ ਹੋਏ, ਹੁਣ ਮੌਤ ਦੀ ਚੇਤਾਵਨੀ ਦਿੰਦੇ ਹੋਏ ਕਹਿੰਦੇ ਹੈ ਕਿ ਮਨੁੱਖ ਨੂੰ ਸਮਝਾਉਂਦੇ ਹੈ, ਮਨੁੱਖ ਨੂੰ ਚੰਗੇ ਕਰਮਾਂ ਪਾਸੇ ਲੱਗਣ ਦੀ, ਵੀ ਚੰਗੇ ਕਰਮ ਕਰਨ ਦੀ ਸਿੱਖਿਆ ਦਿੰਦੇ ਹੈ, ਚੰਗੇ ਕਰਮ ਕਰਨ ਦੀ ਸਿੱਖਿਆ ਦਿੰਦੇ ਹਨ। ਚੰਗੇ ਮਨੁੱਖ ਨੂੰ ਚੰਗੇ ਕਰਮ ਕਰਨ ਦੀ ਸਿੱਖਿਆ ਦਿੰਦੇ ਹਨ। ਵੀ ਜਿਹੜਾ ਤੇਰਾ ਜਨਮ ਹੋਇਆ ਸੀ ਉਹ ਸਮਾਂ ਹੁਣ ਬਹੁਤ ਦੂਰ ਰਹਿ ਗਿਆ, ਹੁਣ ਤੇਰੀ ਮੌਤ ਹੈ ਉਹ ਨੇੜੇ ਹੈ। ਤਾਂ ਉਸ ਤੋਂ ਚੇਤਾਵਨੀ ਦਿੰਦੇ ਹੋਏ, ਸਮਝਾਉਂਦੇ ਹੋਏ, ਸੁਚੇਤ ਕਰਦੇ ਹੋਏ ਮਨੁੱਖ ਨੂੰ ਕਹਿੰਦੇ ਹੈ ਕਿ ਮੌਤ ਨੇੜੇ ਆ ਰਹੀ ਹੈ, ਤੂੰ ਆਪਣੇ ਚੰਗੇ ਕਰਮਾਂ ਦੇ ਵਿੱਚ ਲੱਗ, ਚੰਗੇ ਕਰਮ ਕਰ। ਹੁਣ ਆਪਾਂ ਕਰਾਂਗੇ ਵਿਆਖਿਆ। ਇਸ ਸ਼ਲੋਕ ਵਿੱਚ ਬਾਬਾ ਸ਼ੇਖ ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਵੇਖ ਜੋ ਕੁਝ ਹੁਣ ਤੱਕ ਹੋ ਚੁੱਕਿਆ ਹੈ। ਵੀ ਹੇ ਮਨੁੱਖ, ਜੋ ਕੁਝ ਹੁਣ ਤੱਕ ਹੋ ਚੁੱਕਿਆ ਹੈ ਉਹ ਇਹ ਹੈ ਕਿ ਤੇਰੀ ਦਾੜੀ ਹੈ ਉਹ ਚਿੱਟੀ ਹੋ ਗਈ ਹੈ। ਦੇਖ ਫਰੀਦਾ ਜੋ ਥਿਆ ਦਾੜੀ ਹੋਈ ਭੂਰ, ਜਿਹੜੀ ਤੇਰੀ ਦਾੜੀ ਹੈ ਉਹ ਚਿੱਟੀ ਹੋ ਗਈ ਹੈ। ਭਾਵ ਮੌਤ ਵਾਲੇ ਸਮੇਂ ਪਾਸਿਓਂ ਜਿਹੜਾ ਸਮਾਂ ਹੈ, ਮੌਤ ਵਾਲਾ ਜਿਹੜਾ ਸਮਾਂ ਹੈ ਉਹ ਨੇੜੇ ਆ ਰਿਹਾ ਹੈ। ਉਹ ਕੀ ਆ ਰਿਹਾ ਹੈ? ਨੇੜੇ ਆ ਰਿਹਾ ਹੈ। ਪਿਛਲਾ ਜਿਹੜਾ ਪਾਸਾ ਹੈ
ਉਹ ਜਦੋਂ ਤੂੰ ਜੰਮਿਆ ਸੀ ਉਹ ਦੂਰ ਰਹਿ ਚੁੱਕਿਆ, ਜਦੋਂ ਤੂੰ ਜੰਮਿਆ ਸੈਂ ਉਹ ਦੂਰ ਰਹਿ ਗਿਆ ਹੈ। ਅਤੇ ਸੋ ਹੁਣ ਬੇਸਮਝਾਂ ਵਾਲੀਆਂ ਗੱਲਾਂ ਛੱਡ ਕੇ ਅਗਾਂਹ ਦੀ ਜਿਹੜੀ ਤਿਆਰੀ ਕਰਨ ਲਈ ਨੇਕ ਅਮਲਾਂ ਅਤੇ ਭਾਵ ਚੰਗੇ ਕਰਮ ਕਰਨੇ ਚਾਹੀਦੇ ਹਨ। ਤਾਂ ਆਪਣੇ ਦੂਜੇ ਸ਼ਲੋਕ ਦੀ ਵਿਆਖਿਆ ਕੀ ਹੈ? ਇਸ ਸ਼ਲੋਕ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ ਵੇਖ, ਜੋ ਕੁਝ ਹੁਣ ਤੱਕ ਹੋ ਚੁੱਕਿਆ ਹੈ ਉਹ ਇਹ ਹੈ ਕਿ ਤੇਰੀ ਦਾੜੀ ਹੈ ਹੁਣ ਚਿੱਟੀ ਹੋ ਗਈ, ਤੇਰੀ ਦਾੜੀ ਹੈ ਉਹ ਹੁਣ ਚਿੱਟੀ ਹੋ ਗਈ, ਭਾਵ ਤੇਰਾ ਜਿਹੜਾ ਮੌਤ ਵਾਲਾ ਸਮਾਂ ਹੈ ਉਹ ਨੇੜੇ ਆ ਰਿਹਾ ਹੈ, ਤੇਰਾ ਮੌਤ ਵਾਲਾ ਸਮਾਂ ਨੇੜੇ ਆ ਰਿਹਾ ਹੈ। ਅਤੇ ਤੇਰੇ ਜਦੋਂ ਤੂੰ ਜਨਮ ਲਿੱਤਾ ਸੀ ਉਹ ਸਮਾਂ ਹੁਣ ਬਹੁਤ ਦੂਰ ਰਹਿ ਗਿਆ। ਜਦੋਂ ਤੂੰ ਜੰਮਿਆ ਸੈਂ, ਪਿੱਛੇ ਜਿਹੜਾ ਜੰਮਿਆ ਸੈਂ ਉਹ ਪਾਸਾ ਬਹੁਤ ਦੂਰ ਰਹਿ ਗਿਆ ਹੈ। ਹੁਣ ਤੂੰ ਬੇਸਮਝਾਂ ਵਾਲੀਆਂ ਗੱਲਾਂ ਛੱਡ ਦੇ, ਵੀ ਤੈਨੂੰ ਸਮਝ ਨਹੀਂ, ਤੈਨੂੰ ਸਭ ਸਮਝ ਹੈ। ਬੇਸਮਝਾਂ ਵਾਲੀਆਂ ਗੱਲਾਂ ਛੱਡ ਕੇ ਤੂੰ ਨੇਕ ਕੰਮ ਕਰ, ਨੇਕ ਕੰਮ ਕਰਕੇ ਨੇਕ ਰਸਤੇ ਚੱਲ ਅਤੇ ਨੇਕ ਕੰਮ ਭਾਵ ਚੰਗੇ ਕਰਮ ਕਰਨੇ ਤੈਨੂੰ ਚਾਹੀਦੇ ਹਨ, ਤਾਂ ਜੋ ਤੇਰਾ ਜਨਮ ਮਰਨ ਤੋਂ ਛੁਟਕਾਰਾ ਹੋ ਸਕੇ। ਇਹ ਸੀ ਆਪਣਾ ਦੂਜਾ ਸ਼ਲੋਕ, ਜਿਸ ਵਿੱਚ ਆਪਾਂ ਨੂੰ ਬਾਬਾ ਸ਼ੇਖ ਫਰੀਦ ਜੀ ਨੇ ਮਨੁੱਖ ਨੂੰ ਉਹਦੇ ਸਮੇਂ ਦੇ ਬਾਰੇ ਦੱਸਿਆ ਵੀ ਤੇਰਾ ਸਮਾਂ ਹੈ ਜਿਹੜਾ ਅਟਲ ਸਮਾਂ ਹੈ, ਜੋ ਕਦੇ ਟਲਦਾ ਨਹੀਂ, ਉਹ ਨੇੜੇ ਆ ਰਿਹਾ ਹੈ। ਉਸ ਬਾਰੇ ਸੁਚੇਤ ਕਰਦੇ ਹੋਏ ਆਪਾਂ ਨੂੰ ਸਮਝਾਉਂਦੇ ਹਨ। ਤਾਂ ਇਹ ਸੀ ਦੂਜਾ ਸ਼ਲੋਕ। ਹੁਣ ਕਰਾਂਗੇ ਆਪਾਂ ਤੀਜਾ ਸ਼ਲੋਕ। 2 ਸ਼ਲੋਕ ਦੀ ਪ੍ਰਸੰਗ ਸਹਿਤ ਵਿਆਖਿਆ ਆਪਣੀ ਹੋ ਚੁੱਕੀ ਹੈ। ਹੁਣ ਆਪਾਂ ਕਰਨ ਜਾ ਰਹੇ ਹਾਂ ਤੀਜਾ ਸ਼ਲੋਕ। ਉਮੀਦ ਹੈ ਤੁਸੀਂ ਇਸ ਨੂੰ ਧਿਆਨ ਨਾਲ ਸੁਣ ਰਹੇ ਹੋਵੋਗੇ। ਧਿਆਨ ਨਾਲ ਸੁਣਦੇ ਹੋਏ ਨਾਲ ਤੁਸੀਂ ਇਹਨੂੰ ਨੋਟ ਵੀ ਕਰਦੇ ਰਹਿਣਾ ਹੈ, ਸੁਣਨਾ ਵੀ ਹੈ, ਸਮਝਣਾ ਵੀ ਹੈ ਅਤੇ ਇਸ ਨੂੰ ਲਿਖਣਾ ਵੀ ਹੈ, ਆਪਣੀ ਨੋਟਬੁੱਕ ਦੇ ਵਿੱਚ ਨੋਟ ਵੀ ਕਰਨਾ ਹੈ। ਤਾਂ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਜਿਹੜੀਆਂ ਆਪਣੀਆਂ ਮੇਨ ਪੰਕਤੀਆਂ ਹੈ ਉਹ ਤਾਂ ਉਸੇ ਤਰ੍ਹਾਂ ਰਹਿਣਗੀਆਂ, ਉਹਨਾਂ 'ਚ ਕੋਈ ਤਬਦੀਲੀ ਨਹੀਂ ਆਊਗੀ। ਸਿਰਫ ਅਖੀਰਲੀਆਂ 2 ਜਿਹੜੀਆਂ ਆਪਣੀਆਂ ਲਾਈਨਾਂ ਹੈ 17 ਹੈ, ਉਹ ਉਹਨਾਂ ਦੇ ਵਿੱਚ ਥੋੜ੍ਹੀ ਤਬਦੀਲੀ ਆਊਗੀ। ਤੀਜਾ ਸ਼ਲੋਕ। ਤੀਜਾ ਹੈ ਫਰੀਦਾ ਜੰਗਲ ਕਿਆ। ਤੀਜਾ ਹੈ ਫਰੀਦਾ ਜੰਗਲ ਫਰੀਦਾ ਜੰਗਲ ਕਿਆ ਪਵੇਂ। ਜੰਗਲ ਕਿਆ ਪਵੇਂ। ਵਣ ਕੰਡਾ ਮੋੜੇ। ਵਣ ਕੰਡਾ ਮੋੜੇ। ਵਸੀ ਰੱਬ ਹਿਆਲੀ ਹੈ। ਵਸੇ ਰੱਬ ਹੀ ਆਲੀ ਹੈ। ਜੰਗਲ ਕਿਆ ਢੂੰਡੇ। ਜੰਗਲ ਕਿਆ ਢੂੰਡੇ। ਇਹ ਹੈ ਆਪਣਾ ਤੀਜਾ ਸ਼ਲੋਕ। ਫਰੀਦਾ ਜੰਗਲ ਕਿਆ ਭਵੇਂ। ਵਣ ਕੰਡਾ ਮੋੜੇ। ਵਸੇ ਰੱਬ ਹਿਆਲੀ ਹੈ। ਜੰਗਲ ਕਿਆ ਢੂੰਡੇ। ਤਾਂ ਪਹਿਲਾਂ ਆਪਾਂ ਇਹਦੇ ਜਿਹੜੇ ਸ਼ਬਦ ਅਰਥ ਹੈ ਉਹ ਦੇਖਾਂਗੇ। ਹੁਣ ਜੰਗਲ ਦਾ ਭਾਵ ਤੁਹਾਨੂੰ ਪਤਾ ਹੀ ਹੈ, ਜੰਗਲ ਦਾ ਭਾਵ ਹੈ ਜੰਗਲ। ਕਿਆ ਦਾ ਭਾਵ ਹੈ, ਜਿਵੇਂ ਕਿਆ ਦਾ ਭਾਵ ਹੈ ਕਿਉਂ। ਕਿਆ ਦਾ ਭਾਵ ਇੱਥੇ ਕੀ ਹੈ, ਕਿਉਂ। ਘੁੰਮਣ ਦਾ ਭਾਵ ਹੈ, ਭਵੈ ਦਾ ਭਾਵ ਹੈ ਘੁੰਮਦਾ ਫਿਰਦਾ ਹੈ। ਵਣ ਕੰਡਾ ਜਿਹੜਾ ਹੈ, ਵਣ ਕੰਡੇ ਦਾ ਭਾਵ ਹੈ ਜੰਗਲਾਂ ਦੇ ਕੰਡੇ। ਮੋੜੇ ਭਾਵ ਉਹਨਾਂ ਨੂੰ ਭੰਨਦਾ ਹੈ, ਉਹਨਾਂ ਨੂੰ ਤੂੰ ਤੋੜਦਾ ਫਿਰਦਾ ਹੈ। ਵਸੇ ਭਾਵ ਵਸਦਾ ਹੈ। ਹਿਆਲੇ ਭਾਵ ਹਿਰਦੇ ਦੇ ਵਿੱਚ। ਢੂੰਡੇ ਦਾ ਭਾਵ
ਦੀ ਲਾਭ ਵਿੱਚ ਕੀ ਭਾਲਦਾ ਫਿਰਦਾ ਹੈ। ਤਾਂ ਪਹਿਲਾ ਆਪਣਾ ਪ੍ਰਸੰਗ ਉਸੇ ਤਰ੍ਹਾਂ ਹੀ ਸ਼ੁਰੂਆਤ ਦੀਆਂ 17 ਆਪਾਂ ਇੱਥੋਂ ਲਿਖਾਂਗੇ। ਇਹ ਕਾਵਿ 17 ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਸੁਗੰਧੀਆਂ ਵਿੱਚ ਦਰਜ ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕ ਵਿੱਚੋਂ ਲਈਆਂ ਗਈਆਂ ਹਨ। ਇਸ ਸ਼ਲੋਕ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਨੇ ਸੰਸਾਰ ਦੀ ਨਾਸ਼ਮਾਨਤਾ, ਮੌਤ ਦੀ ਅਟਲਤਾ, ਪ੍ਰਭੂ ਮਿਲਾਪ ਦੀ ਤੜਫ ਕਹਿ ਲਓ, ਗੁਰੂ ਦੀ ਲੋੜ ਕਹਿ ਲਓ, ਨੇਕ ਅਮਲ ਤੇ ਸ਼ੁਭ ਗੁਣਾਂ ਦੀਆਂ ਜਿਹੜੀਆਂ ਚੰਗੀਆਂ ਸ਼ੁਭ ਗੁਣਾਂ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਨੂੰ, ਮਹਾਨਤਾ ਨੂੰ ਦੱਸਿਆ ਹੈ। ਇਸ ਸ਼ਲੋਕ ਵਿੱਚ ਫਰੀਦ ਜੀ ਦੱਸਦੇ ਹਨ ਕਿ ਪਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਵਸਦਾ ਹੈ। ਜਿਹੜਾ ਪਰਮਾਤਮਾ ਮਨੁੱਖ ਦੇ ਹਿਰਦੇ ਦੇ ਵਿੱਚ, ਇਸ ਸ਼ਲੋਕ ਵਿੱਚ ਹੁਣ ਆਪਾਂ ਲਿਖਾਂਗੇ, ਇਸ ਸ਼ਲੋਕ ਵਿੱਚ ਫਰੀਦ ਜੀ ਦੱਸਦੇ ਹਨ ਕਿ ਪਰਮਾਤਮਾ ਮਨੁੱਖ ਦੇ ਹਿਰਦੇ ਦੇ ਵਿੱਚ, ਹਿਰਦੇ ਦੇ ਵਿੱਚ ਵਸਦਾ ਹੈ। ਹਿਰਦੇ ਦੇ ਵਿੱਚ ਵਸਦਾ ਹੈ, ਹਿਰਦੇ ਦੇ ਅੰਦਰ ਹੀ ਵਸਦਾ ਹੈ। ਇਸ ਸ਼ਲੋਕ ਵਿੱਚ ਬਾਬਾ ਸ਼ੇਖ ਫਰੀਦ ਜੀ ਫਰਮਾਉਂਦੇ ਹਨ ਕਿ ਜਿਹੜਾ ਪਰਮਾਤਮਾ ਹੈ ਉਹ ਮਨੁੱਖ ਦੇ ਹਿਰਦੇ ਦੇ, ਮਨ ਦੇ, ਦਿਲ ਦੇ ਵਿੱਚ ਹੀ ਰਹਿੰਦਾ ਹੈ, ਉਹਨੂੰ ਬਾਹਰ ਕਿਉਂ ਤੂੰ ਲੱਭਦਾ ਫਿਰਦਾ ਹੈ। ਤਾਂ ਹੁਣ ਕਰਦੇ ਹਾਂ ਵਿਆਖਿਆ। ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ ਰੱਬ ਦੀ ਭਾਲ ਵਿੱਚ ਤੂੰ ਜੰਗਲਾਂ ਦੇ ਵਿੱਚ ਕਿਉਂ ਘੁੰਮਦਾ ਫਿਰਦਾ ਹੈ। ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ ਤੂੰ ਪਰਮਾਤਮਾ, ਰੱਬ ਦੀ, ਵਾਹਿਗੁਰੂ ਦੀ, ਅੱਲਾ ਦੀ ਭਾਲ ਵਿੱਚ ਕਿਉਂ ਜੰਗਲਾਂ ਦੇ ਵਿੱਚ ਘੁੰਮਦਾ ਫਿਰਦਾ ਹੈ। ਇਸ ਤਰ੍ਹਾਂ ਭਟਕਦਾ ਹੋਇਆ ਤੂੰ ਕਿਉਂ ਫਿਰ ਜੰਗਲਾਂ ਦੇ ਵਿੱਚ ਕੰਡੇ ਲਿਤਾੜ ਰਿਹਾ ਹੈ, ਭਾਵ ਤੋੜ ਭੰਨ ਰਿਹਾ ਹੈ। ਵੀ ਤੂੰ ਰੱਬ ਦੀ ਭਾਲ ਦੇ ਵਿੱਚ ਜੰਗਲਾਂ ਦੇ ਵਿੱਚ ਜਿਹੜੇ ਕੰਡੇ ਹੈ ਉਹਨਾਂ ਨੂੰ ਲਿਤਾੜ ਰਿਹਾ ਹੈ, ਭਾਵ ਤੋੜ ਭੰਨ ਰਿਹਾ ਹੈ। ਰੱਬ ਤਾਂ ਤੇਰੇ ਹਿਰਦੇ ਦੇ ਵਿੱਚ ਵਸਦਾ ਹੈ, ਰੱਬ ਤਾਂ ਤੇਰੇ ਮਨ ਵਿੱਚ ਵਸਦਾ ਹੈ। ਤੂੰ ਜੰਗਲਾਂ ਵਿੱਚ ਕੀ ਲੱਭਦਾ ਹੈ? ਵੀ ਪਰਮਾਤਮਾ ਤਾਂ ਤੇਰੇ ਹਿਰਦੇ ਵਿੱਚ ਵਸਦਾ ਹੈ, ਤੂੰ ਜੰਗਲਾਂ 'ਚ ਕੀ ਲੱਭਦਾ ਫਿਰਦਾ ਹੈ। ਭਾਵ ਮਨੁੱਖ ਨੂੰ ਰੱਬ ਦੀ ਭਾਲ ਵਿੱਚ ਇੱਧਰ ਉੱਧਰ ਭਟਕਣਾ ਨਹੀਂ ਚਾਹੀਦਾ। ਰੱਬ ਤਾਂ ਹਮੇਸ਼ਾ ਮਨੁੱਖ ਦੇ ਹਿਰਦੇ ਦੇ ਵਿੱਚ ਹੀ ਵਸਦਾ ਹੈ। ਵੀ ਭਾਵ ਕੀ ਹੈ? ਵੀ ਰੱਬ ਦੀ ਭਾਲ ਵਿੱਚ ਮਨੁੱਖ ਨੂੰ ਇੱਧਰ ਉੱਧਰ ਜੰਗਲ ਵਿੱਚ ਆਦਿ ਨਹੀਂ ਭਟਕਣਾ ਚਾਹੀਦਾ, ਸਗੋਂ ਜਿਹੜਾ ਰੱਬ ਹੈ, ਪਰਮਾਤਮਾ ਹੈ, ਉਹ ਉਸ ਦੇ ਹਿਰਦੇ ਦੇ ਵਿੱਚ ਵਸਦਾ ਹੈ, ਹੋਰ ਕਿਤੇ ਨਹੀਂ। ਜੇ ਉਹ ਮਹਿਸੂਸ ਕਰੇ ਤਾਂ ਉਹਦੇ ਹਿਰਦੇ ਦੇ ਵਿੱਚ ਉਹਨੂੰ ਮਹਿਸੂਸ ਹੋਊਗਾ। ਉਸ ਵਾਹਿਗੁਰੂ, ਅੱਲਾ, ਪਰਮਾਤਮਾ, ਰੱਬ ਮਹਿਸੂਸ ਕੀਤਾ ਜਾ ਸਕਦਾ ਹੈ। ਤਾਂ ਆਪਣਾ ਤੀਜੇ ਸ਼ਲੋਕ ਵਿੱਚ ਬਾਬਾ ਫਰੀਦ ਜੀ ਨੇ ਫਰਮਾਇਆ ਕਿ ਹੇ ਮਨੁੱਖ ਤੂੰ ਜੰਗਲ ਦੇ ਵਿੱਚ ਕੀ ਲੱਭਦਾ ਫਿਰਦਾ ਹੈ, ਤੇਰਾ ਕੀ ਗਵਾਚਿਆ ਹੋਇਆ, ਕਿਉਂ ਤੂੰ ਜੰਗਲ ਦੇ ਕੰਡੇ ਜਿਹੜੇ ਮਰੋੜ ਰਿਹਾ ਹੈ, ਲਿਤਾੜ ਰਿਹਾ ਹੈ, ਭਾਵ ਤੋੜ ਭੰਨ ਰਿਹਾ ਹੈ। ਰੱਬ ਤਾਂ ਤੇਰੇ ਹਿਰਦੇ ਵਿੱਚ ਵਸਦਾ ਹੈ, ਤੂੰ ਜੰਗਲਾਂ 'ਚ ਕੀ ਭਾਲਦਾ ਫਿਰਦਾ ਹੈ। ਭਾਵ ਮਨੁੱਖ ਦੇ ਹਿਰਦੇ, ਮਨੁੱਖ ਰੱਬ ਦੀ ਭਾਲ ਵਿੱਚ ਜੰਗਲਾਂ ਵਿੱਚ ਭਟਕਦਾ ਫਿਰਦਾ ਹੈ। ਉਹ ਅਸਲ ਦੇ ਵਿੱਚ ਜੇ ਉਹ ਵੇਖੇ ਤਾਂ ਉਹ ਰੱਬ ਹੈ, ਉਹਦੇ ਮਨ ਦੇ ਹਿਰਦੇ ਦੇ ਵਿੱਚ ਹੀ ਵਸਦਾ ਹੈ, ਜੋ ਰੱਬ ਹੈ। ਤਾਂ ਇਹ ਸੀ ਆਪਣਾ ਤੀਜਾ ਸ਼ਲੋਕ, ਜਿਸ ਵਿੱਚ ਆਪਾਂ ਸਮਝਿਆ ਕਿ ਰੱਬ ਦੀ ਭਾਲ ਵਿੱਚ ਮਨੁੱਖ ਹੈ, ਉਹ ਜੰਗਲ ਵਿੱਚ ਘੁੰਮਦਾ ਫਿਰਦਾ ਹੈ। ਇਸ ਵਿੱਚ ਇਹ ਦੱਸਿਆ ਗਿਆ ਹੈ। ਹੁਣ ਆਪਾਂ ਗੱਲ ਕਰਦੇ ਹਾਂ, ਆਪਾਂ ਅੱਗੇ ਜਿਹੜਾ ਚੌਥੇ ਸ਼ਲੋਕ ਦੀ ਗੱਲ ਕਰਦੇ ਹਾਂ। ਚੌਥਾ ਸ਼ਲੋਕ ਹੈ ਆਪਣਾ, ਚੌਥਾ ਸ਼ਲੋਕ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਉਨੇ ਸਮੇਂ ਦੇ ਵਿੱਚ ਤੁਸੀਂ ਇਹਨਾਂ 3 ਸ਼ਲੋਕਾਂ ਨੂੰ ਬੜੇ ਹੀ ਧਿਆਨ ਨਾਲ ਸੁਣਨਾ, ਸਮਝਣਾ ਅਤੇ ਆਪਣੀ ਨੋਟਬੁੱਕ ਦੇ ਵਿੱਚ ਨੋਟ ਕਰਨਾ।
ਅੱਜ ਤੱਕ ਦਾ ਇੱਥੋਂ ਤੱਕ। ਅਗਲੀ ਵੀਡੀਓ ਅਗਲੇ ਸ਼ਲੋਕ ਤੋਂ ਆਪਾਂ ਸ਼ੁਰੂ ਕਰਾਂਗੇ। ਉਹਨੇ ਚਿਰ ਵਿੱਚ ਤੁਸੀਂ ਧਿਆਨ ਨਾਲ ਨੋਟ ਕਰਨਾ। ਧੰਨਵਾਦ।